समाज का कल्याण करते हुए गुरु नानक देव जी हिमालय पहुंचे। गुरु नानक देव जी ने उत्थे संगत नूं चंगे कर्म करन दे लई अते प्यार फैलाण दा उपदेश दिता। गुरु जी दा उपदेश समाप्त होण पिछों गुरु जी दे सारे भगतां नूं जोर दी भुख लग रही सी। एक भगत ने भाई मरदाना जी नूं कहा, भाई मरदाना जी, अज साडा जीवन सफल हो गया। असी कोशिश करांगे कि गुरु जी दे दसे मार्ग ते चल सकीए। उसे वक्त दूजा भगत बोलिया, भाई मरदाना जी, सारे लोग गुरु जी दे उपदेश सुनन लई इन्ने व्याकुल सन कि अपने अपने घरां तो भुखे प्यासे ही आ गए सन। कि इत्थे किथे भोजन पानी दा प्रबंध हो सकदा है? भराओ चिंता ना करो, मैं गुरु जी दे नाल गल करदा हां। गुरु जी सारी संगत लंगर चखना चाहती है, क्यों ना असी भोजन दा प्रबंध कर लईए। गुरु जी कहन लगे, मरदाना असी कौन हुंदे आ भोजन दा प्रबंध करन वाले? उसने पेट दिता है, भोजन भी वो आप ही दवेगा। जाओ लंगर ली समग्री पिंड वासियां तो लै आओ। भाई मरदाना जी नेड़े दे पिंड तो लंगर दी समग्री लैन लई चले गए। भाई मरदाना जी दे नाल आए एक भले मनुख ने पिंड वासियां नूं कहा, ਭਰਾਵੋ ਸਾਡੇ ਕੋਲ ਗੁਰੂ ਜੀ ਆਏ ਹੋਏ ਹਨ ਅਤੇ ਪ੍ਰਸ਼ਾਦਾ ਬਣਾਉਣ ਲਈ ਚੌਲ, ਆਟਾ, ਦਾਲ ਜਿਸ ਦੀ ਜਿੰਨੀ ਸ਼ਰਧਾ ਹੋਵੇ ਝੋਲੇ ਵਿੱਚ ਪਾ ਦਿਓ। ਪਿੰਡ ਵਾਸੀਆਂ ਨੇ ਖੁਸ਼ੀ-ਖੁਸ਼ੀ ਲੰਗਰ ਦੇ ਲਈ ਸਮੱਗਰੀ ਭਾਈ ਮਰਦਾਨਾ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਝੋਲੇ ਵਿੱਚ ਪਾ ਦਿੱਤੀ। ਭਾਈ ਮਰਦਾਨਾ ਜੀ ਸਮੇਤ ਸਾਰੇ ਲੋਕ ਗੁਰੂ ਜੀ ਦੇ ਕੋਲ ਸਮੱਗਰੀ ਲੈ ਕੇ ਪਹੁੰਚੇ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਸਾਮਗਰੀ ਤਾਂ ਉਮੀਦ ਤੋਂ ਜ਼ਿਆਦਾ ਆ ਗਈ ਹਨ, ਪਰੰਤੂ ਮੌਸਮ ਬੜਾ ਠੰਡਾ ਹੈ, ਸਾਰੀਆਂ ਲੱਕੜੀਆਂ ਠੰਡੀ ਹਨ, ਅੱਗ ਦਾ ਪ੍ਰਬੰਧ ਕਿਵੇਂ ਕਰੀਏ? ਗੁਰੂ ਜੀ ਕਹਿਣ ਲੱਗੇ, ਮਰਦਾਨਾ ਅਗਰ ਇਰਾਦੇ ਨੇਕ ਹੋਣ, ਮਨ ਸਾਫ਼ ਹੋਵੇ ਅਤੇ ਈਸ਼ਵਰ ਦਾ ਸਾਥ ਹੋਵੇ ਤਾਂ ਸਾਰੇ ਕੰਮ ਬਣ ਜਾਂਦੇ ਹਨ। ਅਜਿਹਾ ਕਹਿ ਕੇ ਗੁਰੂ ਜੀ ਨੇ ਇੱਕ ਪੱਥਰ ਸਰਕਾਇਆ ਅਤੇ ਜਿਵੇਂ ਹੀ ਪੱਥਰ ਹਟਿਆ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਪੱਥਰ ਦੇ ਥੱਲੇ ਗਰਮ ਪਾਣੀ ਦਾ ਕੁੰਡ ਸੀ। ਭਾਈ ਮਰਦਾਨਾ ਜੀ ਅਤੇ ਸੰਗਤ ਨੇ ਦਾਲ ਚਾਵਲ ਉਸ ਗਰਮ ਪਾਣੀ ਦੇ ਕੁੰਡ ਵਿੱਚ ਬਣਾਏ, ਪਰੰਤੂ ਜਦੋਂ ਭਾਈ ਮਰਦਾਨਾ ਜੀ ਨੇ ਗਰਮ ਪਾਣੀ ਵਿੱਚ ਰੋਟੀ ਪਾਈ ਤਾਂ ਉਹ ਪਾਣੀ ਵਿੱਚ ਡੁੱਬ ਗਈ। ਭਾਈ ਮਰਦਾਨਾ ਜੀ ਨੇ ਦੂਜੀ ਰੋਟੀ ਪਾਣੀ ਵਿੱਚ ਪਾਈ ਤਾਂ ਉਹ ਵੀ ਡੁੱਬ ਗਈ। ਹੁਣ ਭਾਈ ਮਰਦਾਨਾ ਜੀ ਨੇ ਅੱਖਾਂ ਬੰਦ ਕਰਕੇ ਗੁਰੂ ਜੀ ਨੂੰ ਯਾਦ ਕੀਤਾ, ईश्वर, हे गुरुवर, मैं अपना जीवन परम पिता परमेश्वर दे नाम समर्पित करता हाँ। ਇਹ ਕਹਿ ਕੇ ਭਾਈ ਮਰਦਾਨਾ ਜੀ ਨੇ ਰੋਟੀ ਗਰਮ ਪਾਣੀ ਵਿੱਚ ਪਾਈ। ਰੋਟੀ ਗਰਮ ਪਾਣੀ ਵਿੱਚ ਡੁੱਬਣ ਦੀ ਬਜਾਏ ਇਵੇਂ ਸਿੱਕਣ ਲੱਗੀ ਜਿਵੇਂ ਉਸ ਨੂੰ ਤਵੇ ਤੇ ਰੱਖ ਦਿੱਤਾ ਹੋਵੇ। ਅੱਜ ਵੀ ਇਹ ਗਰਮ ਪਾਣੀ ਦਾ ਕੁੰਡ ਸਾਨੂੰ ਗੁਰੂ ਜੀ ਦੇ ਹੋਣ ਦਾ ਅਨੁਭਵ ਕਰਵਾਉਂਦਾ ਹੈ। ਜਿਸ ਪਾਵਨ ਧਰਤੀ ਤੇ ਆ ਕੇ ਲੋਕਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਾਰੇ ਦੁੱਖਾਂ ਦਾ ਨਿਵਾਰਨ ਹੁੰਦਾ ਹੈ। ਤੁਸੀਂ ਜਾਣਦੇ ਹੋ ਉਸ ਸਥਾਨ ਦਾ ਨਾਮ ਕੀ ਹੈ? ਉਸ ਸਥਾਨ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ। ਜੋ ਲੋਕ ਇਹ ਮੰਨਦੇ ਹਨ ਕਿ ਗੁਰੂ ਜੀ ਨੇ ਕਦੀ ਚਮਤਕਾਰ ਨਹੀਂ ਕੀਤੇ, ਇਹ ਗੁਰਦੁਆਰੇ ਅਤੇ ਪੰਜਾ ਸਾਹਿਬ ਦਾ ਇਤਿਹਾਸ ਉਹਨਾਂ ਨੂੰ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਸਤਿਨਾਮ ਸ਼੍ਰੀ ਵਾਹਿਗੁਰੂ। शताब्दी विच बाबर ने हिंदुस्तान दे अमीनाबाद नामक शहर विच हमला किया। उस हमले दौरान उसने गुरु नानक देव जी अते उन्हां दे अनुयायियां नूं भी जेल विच पा दिता। बादशाह दा सिपाही आया ते जेल विच बंदी बने लोकां नूं बोलिया, सामने आटा पिसन वाली चक्की है। सारे लोकां नूं हुक्म दिता जांदा है कि साडे सिपाहियां लई आटा पिसन शुरू कर दिता जावे। ਸਾਰੇ ਬੰਦੀ ਆਟਾ ਪੀਸਣ ਲੱਗੇ ਅਤੇ ਗੁਰੂ ਨਾਨਕ ਦੇਵ ਜੀ ਬਹੁਤ ਗੌਰ ਨਾਲ ਚੱਕੀ ਵੱਲ ਦੇਖਣ ਲੱਗੇ। ਗੁਰੂ ਜੀ ਦੇ ਆਸ਼ੀਰਵਾਦ ਨਾਲ ਚੱਕੀ ਆਪਣੇ ਆਪ ਚੱਲਣ ਲੱਗੀ।
ਗੁਰੂ ਜੀ ਦੀ ਇਸ ਕਰਾਮਾਤ ਨੂੰ ਦੇਖ ਕੇ ਸਾਰੇ ਲੋਕ ਦੰਗ ਰਹਿ ਗਏ ਅਤੇ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਖੜੇ ਹੋ ਗਏ। ਇੱਕ ਸਿਪਾਹੀ ਬਾਬਰ ਦੇ ਦਰਬਾਰ ਵਿੱਚ ਗਿਆ ਅਤੇ ਬਾਬਰ ਨੂੰ ਕਹਿਣ ਲੱਗਾ, बादशाह सलामत रहे, बादशाह सलामत रहे। हुजूर जेल विच बहुत पहुंचे हुए संत बंद हन। सारे बंदी जेल विच आटा पीस रहे सी, पर उस संत दी चक्की तां अपने आप ही चल रही सी। ਬਾਬਰ ਆਪ ਗੁਰੂ ਜੀ ਦੇ ਕੋਲ ਗਏ ਅਤੇ ਉਹਨਾਂ ਨੂੰ ਕਿਹਾ, सानू माफ कर दिओ, साडे करके आप जी नू कष्ट उठाना पिया। असी आप जी नू विनती करदे हां, आप जी साडे नाल दरबार विच चले, साडी सेवा आप जी स्वीकार करो। ਗੁਰੂ ਜੀ ਬੋਲੇ, ਮੇਰਾ ਪਿਆਲਾ ਭਰਿਆ ਹੋਇਆ ਹੈ, ਮੇਰੇ ਰੋਮ ਰੋਮ ਵਿੱਚ ਈਸ਼ਵਰ ਦਾ ਪਿਆਰ ਭਰਿਆ ਹੋਇਆ ਹੈ, ਇਸ ਲਈ ਮੈਂ ਤ੍ਰਿਪਤ ਰਹਿੰਦਾ ਹਾਂ। ਹੇ ਰਾਜਾ ਸੁਣੋ, ਜਾਓ ਅਤੇ ਆਪਣੀ ਸੈਨਾ ਦੇ ਕਾਰਨ ਹੋਈ ਤਬਾਹੀ ਨੂੰ ਦੇਖੋ। ਦੂਜਿਆਂ ਨੂੰ ਹਰਾਉਣ ਵਾਲਿਆਂ ਤੋਂ ਚੇਤਾਵਨੀ ਲਓ। ਜੋ ਅੱਜ ਜੇਤੂ ਹਨ ਉਹ ਕੱਲ ਹਾਰ ਝੇਲ ਸਕਦੇ ਹਨ। ਉਹ ਰਾਜਾ ਕਿੱਥੇ ਹੈ ਜਿਸ ਨੇ ਇੱਥੇ ਪਹਿਲਾਂ ਸ਼ਾਸਨ ਕੀਤਾ ਸੀ? ਉਹ ਸਿਪਾਹੀ ਕਿੱਥੇ ਹਨ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਸੀ? ਉਹ ਘੋੜੇ, ਉਹ ਅਸਤਬਲ ਕਿੱਥੇ ਹਨ? ਉਹ ਤਬਾਹੀ ਕਰਨ ਵਾਲੇ ਜਿਨ੍ਹਾਂ ਨੇ ਲੋਕਾਂ ਨੂੰ ਮਾਰ ਕੇ ਖੁਸ਼ੀਆਂ ਮਨਾਈਆਂ ਸਨ? ਅੱਜ ਕੋਈ ਵੀ ਨਹੀਂ ਹੈ। ਵਕਤ ਨੇ ਵੱਡੇ ਵੱਡੇ ਸੂਰਮਿਆਂ ਦੇ ਤਖਤ ਪਲਟ ਦਿੱਤੇ ਹਨ। ਇਹ ਸਾਰੀ ਵਾਰਤਾਲਾਪ ਸੁਣ ਕੇ ਬਾਬਰ ਗਹਿਰੀ ਸੋਚ ਵਿੱਚ ਪੈ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ, गुरु जी मैनू आज्ञा दे, मैं आप जी ਲਈ ਕੀ ਕਰ ਸਕਦਾ ਹਾਂ? ਗੁਰੂ ਜੀ ਬੋਲੇ, ਕੁਝ ਵੀ ਨਹੀਂ। ਮੈਨੂੰ ਈਸ਼ਵਰ ਨੇ ਆਪਣਾ ਸੰਦੇਸ਼ ਫੈਲਾਉਣ ਲਈ ਭੇਜਿਆ ਹੈ। ਮੈਂ ਤਾਂ ਸਿਰਫ ਉਹਨਾਂ ਦੀ ਕਿਰਪਾ ਅਤੇ ਤੋਹਫਿਆਂ ਦਾ ਆਨੰਦ ਲੈਂਦਾ ਹਾਂ। ਜੋ ਈਸ਼ਵਰ ਦੇ ਦਿੱਤੇ ਹੋਏ ਪਿਆਰ ਅਤੇ ਮੁਹੱਬਤ ਦੇ ਤੋਹਫਿਆਂ ਨੂੰ ਤਿਆਗਦਾ ਹੈ, ਉਹ ਕਿਸੇ ਵੀ ਥਾਂ ਦਾ ਨਹੀਂ ਰਹਿੰਦਾ। ਉਹੀ ਰਾਜਾ ਬਣਾਉਂਦਾ ਹੈ ਅਤੇ ਉਹੀ ਇੱਕ ਪਲ ਵਿੱਚ ਉਸ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ओ गुरु, ओ पीर, मैनू दसो कि मैं किवें अपना जीवन सही राह ते ला सकदा हां? ਗੁਰੂ ਜੀ ਬੋਲੇ, ਸਾਰਿਆਂ ਲਈ ਜੀਓ, ਕਿਸੇ ਨਾਲ ਵੀ ਅਨਿਆਂ ਨਾ ਕਰੋ, ਕਦੀ ਵੀ ਸੱਚ ਦੇ ਰਸਤੇ ਨੂੰ ਨਾ ਛੱਡੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਗਲਤੀਆਂ ਨੂੰ ਕੋਈ ਮਾਫ ਕਰ ਦੇਵੇ ਤਾਂ ਤੁਸੀਂ ਵੀ ਦੂਸਰਿਆਂ ਦੀਆਂ ਗਲਤੀਆਂ ਨੂੰ ਮਾਫ ਕਰੋ। ਬਾਬਰ ਨੂੰ ਜੀਵਨ ਦਾ ਗਿਆਨ ਦੇ ਕੇ ਗੁਰੂ ਜੀ ਅਗਲੀ ਯਾਤਰਾ ਲਈ ਚਲੇ ਗਏ। ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਤੁਸੀਂ ਸਾਡੀ ਐਪਲੀਕੇਸ਼ਨ ਵਿੱਚ ਸਾਖੀਆਂ ਕੈਟੇਗਰੀ ਵਾਈਜ਼ ਦੇਖ ਸਕਦੇ ਹੋ, ਗੁਰਬਾਣੀ ਸੁਣ ਸਕਦੇ ਹੋ ਅਤੇ ਪੜ੍ਹ ਸਕਦੇ ਹੋ। ਐਪ ਡਾਊਨਲੋਡ ਕਰਨ ਦੇ ਲਈ ਅਤੇ ਸਾਨੂੰ ਸਪੋਰਟ ਕਰਨ ਲਈ ਡਿਸਕ੍ਰਿਪਸ਼ਨ ਦੇਖੋ। ਸਤਨਾਮ ਸ਼੍ਰੀ ਵਾਹਿਗੁਰੂ।